शिव कुमार बटालवी की कविता की एक लाइन सी कि कुछ शौक जिहे रंगां दा ना ही तस्वीरां है। बिल्कुल इस कोई शक नहीं कि कुछ रंगां नूं मिला के ही तस्वीर बनती है, लेकिन जदों वो तस्वीर साडे सामने आती है तो वो तस्वीर कई बार बोलन लग जाती है। बिल्कुल एक कलाकार की उस कलम की ताकत होंदी है, उस ब्रश की ताकत होंदी है जिसने उस तस्वीर नूं बोलन लगा दिता होंदा है ते वाकई देखण वाला कह दिंदा है वाह क्या बात है। अजिहियां ही तस्वीरां असीं तुहानूं अज कुछ दिखा रहे हैं, फिर उन्हां बारे दस्सांगे जिन्हां ने ये तस्वीरां बनाईयां ने। पहलां नज़र मारो उन्हां तस्वीरां ते जिन्हों देख के तुसीं भी कहोगे कि वाह कुछ है। ये तस्वीरां ਜਿਹੜੀਆਂ ਤੁਸੀਂ ਹੁਣੇ देखियां जिन्हां दे विच वाकई शौक रंग भरे हुए ने, अलग अलग थीम दसे गए ने। ये बनाने दे पिछे कोई 10 साल 20 साल या 30 साल का तजर्बा नहीं, बल्कि एक अजिहा तजर्बा काम किया है जिसने इन्हां तस्वीरां नूं बोलन लगा दिता है। बिल्कुल मेरे नाल ने इन्हां तस्वीरां नूं बनाने वाले 87 साल के नौजवान ही कह सकदा मैं, राम सिंह जी बावा साहब। बाबा साहब तुहाडा बहुत बहुत स्वागत है। पहला तो मैनू बड़ी खुशी हो रही है कि मैं अपने विचार तुहाडे नाल साझ कर रहा ते मैं चाहांगा कि तुसी शुरू तो हुण तक जो मेरा काम देखा है उहदे विच काफ़ी वेरीएशन है। ये जिहड़ी वेरीएशन हुंदी है ये काम करन दे नाल ही आंदी है। बिल्कुल मैं तुहाडे यही पूछना शुरू कर रहा भी ये तुसी अलग अलग थीम लैके अलग अलग तुसी पेंटिंग्स बनाइया हुई ने, किन्ने क साल हो गए तुहानू ये काम करदे नूं? मैं 1962 च डिग्री ऑफ फाइन आर्ट लई सी दिल्ली तो, उस तो बाद मैं काम कर रहा। भारत दे विच रह के काम कीता या बाहर अबार्ड जाके भी काम कीता? नहीं, मैं काफ़ी सैर सपाटा पेंटिंग नवीं नवीं चीज़ां दृश्य ਲੱਭਣ ਦੀ ਕੋਸ਼ਿਸ਼ ਕਰਦਾ ਸੀ। ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਪਹਿਲਾਂ ਜਿੱਥੇ ਘੁੰਮਾਂ ਫਿਰਾਂ ਤੇ ਦੇਖਾਂ, ਤੇ ਮੈਨੂੰ ਨੇਚਰ ਦੇ ਨਾਲ ਬੜਾ ਪਿਆਰ ਸੀ। ਮੈਂ ਬੜੀ ਪਹਾੜੀ ਇਲਾਕਿਆਂ ਦੇ ਵਿੱਚ ਗਿਆ ਹਾਂ, ਸਾਰਾ ਹਿਮਾਚਲ ਪ੍ਰਦੇਸ਼ ਔਰ ਯੂਪੀ ਦਾ ਜਿਹੜਾ ਪਹਾੜੀ ਇਲਾਕਾ ਹੈ ਉੱਥੇ ਘੁੰਮਦਾ ਰਿਹਾ ਬੜਾ। ਫਿਰ ਜਦੋਂ ਘਰ ਆ ਜਾਂਦਾ ਸੀ ਫਿਰ ਮੈਂ ਆਪਣੇ ਅੰਦਰੋਂ ਲੱਭਦਾ ਸੀ ਕਿ ਮੈਨੂੰ ਕੀ ਮਿਲਿਆ, ਕੀ ਕਰਨਾ। ਅਤੇ ਮੈਨੂੰ ਉਦੋਂ ਵਾਟਰ ਕਲਰ ਬਣਾਉਣ ਦਾ ਬੜਾ ਸ਼ੌਂਕ ਹੁੰਦਾ ਸੀ। ਫਿਰ ਐਸਾ ਐਸਾ ਫਿਰ ਮੈਂ ਆਇਲ ਪੇਂਟਿੰਗ ਦੇ ਵਿੱਚ ਐਕਸਪੈਰੀਮੈਂਟ ਕੀਤਾ ਅਤੇ ਮੈਨੂੰ ਇਹ ਲੱਗਾ ਕਿ ਨੇਚਰ ਅਸੀਂ ਦੇਖਦੇ ਹਾਂ ਜੋ ਰੱਬ ਨੇ ਬਣਾਈ ਹੈ, ਅਤੇ ਆਰਟਿਸਟ ਨੇਚਰ ਨੂੰ ਕਿਸ ਤਰੀਕੇ ਨਾਲ ਪ੍ਰਗਟ ਕਰਦਾ ਹੈ, ਉਹਦਾ ਆਪਣਾ ਐਂਗਲ ਕੀ ਹੈ, ਉਹ ਉਸ ਤੋਂ ਕੀ ਪ੍ਰੇਰਨਾ ਲੈਂਦਾ ਹੈ ਕਿ ਉਹ ਨੇਚਰ ਨੂੰ ਉੱਦਾਂ ਦੇ ਉੱਦਾਂ ਹੀ ਬਣਾਉਂਦਾ ਹੈ ਕਿ ਜਾਂ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਮੈਂ ਬੜਾ ਸੋਚ ਕੇ ਪੇਂਟਿੰਗ ਬਣਾਈਆਂ ਜਿਹੜੀਆਂ ਨੇਚਰ ਤੋਂ ਪ੍ਰਭਾਵ ਹੋ ਕੇ, ਚੰਦ ਸੂਰਜ ਪਹਾੜਾਂ ਤੋਂ ਹੋਰ ਸਾਰਾ ਵਾਯੂ ਮੰਡਲ ਤੋਂ, ਫਿਰ ਮੈਂ ਡਿਫਰੈਂਟ ਚੀਜ਼ਾਂ ਬਣਾਈਆਂ। ਫਿਰ ਇਹ ਬਣਾਉਂਦਿਆਂ ਮੈਂ ਹਿਊਮਨ ਫਿਗਰ 'ਤੇ ਵੀ ਆ ਗਿਆ। ਹਿਊਮਨ ਫਿਗਰ ਦੇ ਵਿੱਚ ਮੈਨੂੰ ਲੱਗਾ ਕਿ ਜੋ ਔਰਤ ਹੈ ਸ਼ੀ ਇਜ਼ ਦੀ ਮੋਸਟ ਸਫਰਰ ਇਨ ਦੀ ਸੁਸਾਇਟੀ। ਇਹਦੇ 'ਤੇ ਕਾਫੀ ਜ਼ੁਲਮ ਹੁੰਦੇ ਰਹੇ ਨੇ ਸਦੀਆਂ ਤੋਂ, ਤਾਂ ਉਹਦੀ ਵਿਚਾਰਧਾਰਾ ਕੀ ਹੁੰਦੀ ਹੈ। ਜਦੋਂ ਵੀ ਮੈਂ ਪੈਨ ਪੈਨਸਿਲ ਦੇ ਨਾਲ ਸਕੈਚ ਕਰਨ ਦੀ ਕੋਸ਼ਿਸ਼ ਕਰਦਾ ਉਹਦੀਆਂ ਭਾਵਨਾ ਬਾਹਰ ਨਿਕਲਦੀਆਂ। ਉਹਦਾ ਮੁਰਝਾਇਆ ਹੋਇਆ ਚਿਹਰਾ, ਉਹਦੇ 'ਤੇ ਜੋ ਸੁਸਾਇਟੀ ਨੇ ਕਰਦਾ। ਹਾਲੇ ਵੀ ਤੁਸੀਂ ਦੇਖਿਆ ਹੋਣਾ ਕਿ ਔਰਤ ਬਿਲਕੁਲ ਸੇਫ ਨਹੀਂ ਹੈ, ਇਕੱਲੀ ਜਾ ਨਹੀਂ ਸਕਦੀ ਕਿਤੇ, ਅਤੇ ਭੈੜੀਆਂ ਨਜ਼ਰਾਂ ਉਹਦਾ ਪਿੱਛੇ ਕਰਦੇ ਰਹਿੰਦੀਆਂ। ਘਰੇਲੂ ਵਾਇਲੈਂਸ ਜਿਹੜੀ ਹੁੰਦੀ ਹੈ ਉਹਦੇ 'ਚ ਵੀ ਔਰਤ ਜ਼ਿਆਦਾ ਹੀ ਸ਼ਿਕਾਰ ਹੁੰਦੀ ਹੈ। ਅਤੇ ਉਹਦੇ 'ਤੇ ਮੈਂ ਕਾਫੀ ਪੈਨ ਐਂਡ ਇੰਕ ਡਰਾਇੰਗ ਬਣਾਈਆਂ, ਅਤੇ ਹਾਲੇ ਵੀ ਮੈਂ ਸੋਚਦਾ ਕਿ ਮੈਨੂੰ ਹੋਰ ਕੰਮ ਕਰਨ ਦੀ ਲੋੜ ਹੈ।
ਤੇ ਮੇਰੇ ਦੋ ਹੀ ਚੀਜ਼ਾਂ ਹੈਗੀਆਂ, ਇੱਕ ਮੈਨੂੰ ਪ੍ਰੇਰਨਾ ਨੇਚਰ ਤੋਂ ਮਿਲਦੀ ਹੈ। ਜਦ ਮੈਂ ਨੇਚਰ ਵੱਲ ਦੇਖਦਾ ਤਾਂ ਮੈਂ ਦੇਖਦਾ ਕਿ ਪਰਮਾਤਮਾ ਨੇ ਕੁਦਰਤ ਨੂੰ ਕਿੱਦਾਂ ਰਚਿਆ, ਉਹਦੇ ਵਿੱਚ ਕਿੰਨੇ ਕਿੰਨੇ ਰੰਗ ਖੂਬਸੂਰਤ ਭਰੇ ਨੇ। ਬਿਲਕੁਲ ਰਾਤ ਹੈ, ਦਿਨ ਹੈ, ਦੁਪਹਿਰ ਹੈ, ਡਿਫਰੈਂਟ ਚੀਜ਼ਾਂ ਹੋ ਗਈਆਂ। ਅਤੇ ਜਦੋਂ ਸੁਸਾਇਟੀ ਵੱਲ ਦੇਖਦਾ ਤਾਂ ਫਿਰ ਮੈਨੂੰ ਪਤਾ ਲੱਗਦਾ ਕਿ ਲੋਕ ਕਿੰਨੇ ਪਰੇਸ਼ਾਨ ਨੇ, ਕੀ ਨਹੀਂ। ਫਿਰ ਉਹ ਤੋਂ ਪ੍ਰਭਾਵਿਤ ਹੋ ਕੇ ਮੈਂ ਕੁਝ ਪੇਂਟਿੰਗ ਬਣਾਉਣਾ। ਅਤੇ ਜੋ ਇਹ ਸਾਰੀ ਰੱਬ ਦੀ ਦੇਣ ਹੁੰਦੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਆਦਮੀ ਦੇ ਨੂੰ ਪ੍ਰੇਰਨਾ ਦੇ ਵਿੱਚ ਲੈ ਜਾਂਦਾ ਹੈ ਅਤੇ ਉਦੋਂ ਤੋਂ ਪ੍ਰਭਾਵਿਤ ਹੋ ਕੇ ਉਹ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਤੁਸੀਂ ਗੋਲਡਨ ਟੈਂਪਲ ਦੀ ਵੀ ਅਸੀਂ ਦੇਖੀ ਹੈ ਕਿ ਗੋਲਡਨ ਟੈਂਪਲ ਦੀਆਂ ਵੀ ਬਹੁਤ ਸੋਹਣੀਆਂ ਜਿਹੜੀਆਂ ਹੈ ਉਹ ਪੇਂਟਿੰਗਸ ਬਣਾਈਆਂ ਨੇ। ਹੋਰ ਵੀ ਤੁਸੀਂ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਨੇ। ਅੱਜ ਕੱਲ੍ਹ ਬਹੁਤ ਸਾਰੀਆਂ ਆਰਟ ਗੈਲਰੀਜ਼ ਨੇ। ਆਰਟ ਗੈਲਰੀਜ਼ ਦੇ ਵਿੱਚ ਕਿਤੇ ਤੁਹਾਡੀਆਂ ਪੇਂਟਿੰਗ ਲਗਾਈਆਂ ਗਈਆਂ, ਕਿਤੇ ਤੁਹਾਨੂੰ ਸਨਮਾਨ ਕੀਤਾ ਗਿਆ? ਦੇਖੋ, ਆਲ ਇੰਡੀਆ ਫਾਈਨ ਆਰਟ ਸੁਸਾਇਟੀ 'ਚ ਮੈਂ 1962 ਤੋਂ ਹੀ ਅਟੈਚ ਹੈ। ਉਹਨਾਂ ਦੇ ਵਾਰਸ਼ਿਕ ਐਨੂਅਲ ਸ਼ੋਅ 'ਚ ਹਿੱਸਾ ਲੈਂਦਾ ਰਿਹਾ ਅਤੇ ਉੱਥੇ ਮੈਨੂੰ ਕਾਫੀ ਮੇਰੇ ਦੋਸਤ ਜੋ ਮੇਰੇ ਨਾਲ ਪੜ੍ਹੇ ਲਿਖੇ, ਜੋ ਮੇਰੇ ਸੀਨੀਅਰ ਹੈ ਔਰ ਕੋਈ ਜੂਨੀਅਰ ਹੈ, ਉਹਦੇ ਨਾਲ ਮਿਲ ਕੇ ਉਹਨਾਂ ਦੇ ਜੋ ਵਰਕਸ਼ਾਪਾਂ ਲੱਗਦੀਆਂ ਹੈ ਉਹਨਾਂ ਵਿੱਚ ਹਿੱਸਾ ਲੈਂਦਾ ਰਿਹਾ। ਅਤੇ ਉਹਦੇ ਨਾਲ ਪਤਾ ਲੱਗਦਾ ਹੈ ਕਿ ਤੁਹਾਨੂੰ ਹਾਲੇ ਹੋਰ ਵੀ ਕੰਮ ਕਰਨਾ, ਹੋਰ ਵੀ ਕੰਮ ਕਰਨਾ। ਅਤੇ ਮੈਂ ਆਪਣੇ ਸੀਨੀਅਰ ਆਰਟਿਸਟ ਤੋਂ ਬੜਾ ਪ੍ਰਭਾਵਿਤ ਹੁੰਦਾ ਅਤੇ ਉਹਨਾਂ ਤੋਂ ਮੈਂ ਸਿੱਖਿਆ ਲੈਣ ਦੀ ਕੋਸ਼ਿਸ਼ ਕੀਤੀ ਸਾਰੀ ਉਮਰ ਕਿ ਮੈਂ ਕਿੱਥੇ ਹੈ, ਕਿੱਥੇ ਮੈਨੂੰ ਜਾਣਾ ਚਾਹੀਦਾ ਹੈ। ਅਤੇ ਫਿਰ ਆਲ ਇੰਡੀਆ ਫਾਈਨ ਸੁਸਾਇਟੀ ਨੇ ਮੈਨੂੰ ਪੁਰਸਕਾਰ ਵੀ ਦਿੱਤੇ ਨੇ ਅਤੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਦਿੱਤਾ। ਅਤੇ ਮੈਂ ਲਲਿਤ ਕਲਾ ਅਕੈਡਮੀ ਨੇ ਮੈਨੂੰ ਨੈਸ਼ਨਲ ਅਵਾਰਡ ਦਿੱਤਾ ਜੋ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਮੈਨੂੰ ਅਰਪਣ ਕੀਤਾ ਸੀ। ਅਤੇ ਇਸ ਤਰੀਕੇ ਦੇ ਨਾਲ ਮੈਂ ਫਿਰ ਵਿਦੇਸ਼ 'ਚ ਵੀ ਮੇਰਾ ਜਾਣਾ ਹੋਇਆ ਕੁਛ 20-25 ਸਾਲ ਤੋਂ, ਕਿਉਂਕਿ ਮੇਰਾ ਲੜਕਾ ਉੱਥੇ ਰਹਿ ਰਿਹਾ ਤਾਂ ਉਹ ਕਹਿੰਦਾ ਵੀ ਪਾਪਾ ਤੁਸੀਂ ਇੱਥੇ ਵੀ ਆਓ। ਫਿਰ ਉੱਥੇ ਮੈਂ ਵੀ ਆਪਣੇ ਆਰਟ ਲਾਈਫ ਨੂੰ ਜ਼ਿੰਦਾ ਰੱਖਿਆ। ਬਿਲਕੁਲ ਉਹਨਾਂ ਦੇ ਪ੍ਰੋਗਰਾਮਾਂ 'ਚ ਹਿੱਸਾ ਲੈਂਦਾ ਰਿਹਾ ਅਤੇ ਉੱਥੋਂ ਦੇ ਮੇਅਰ ਨੇ ਮੇਰੀ ਬੜੀ ਪ੍ਰਸ਼ੰਸਾ ਕੀਤੀ ਅਤੇ ਵਿਸ਼ੇਸ਼ ਕਰਕੇ ਉਹਨੇ ਨਿਊਜ਼ ਐਡੀਟਰ ਨੂੰ ਮੇਰੇ ਘਰ ਭੇਜਿਆ, ਨਾਲ ਫੋਟੋਗ੍ਰਾਫਰ ਭੇਜਿਆ ਅਤੇ 2 ਪੇਜ ਦਾ ਸਪਲੀਮੈਂਟ ਮੇਰੇ ਨਾਂ 'ਤੇ ਹੈਗਾ। ਇਹ ਇੱਕ ਬੜੀ ਅਸੰਭਵ ਦੀ ਗੱਲ ਸੰਭਵ ਹੋਈ ਹੈ। ਬਿਲਕੁਲ ਅੰਮ੍ਰਿਤਸਰ ਦੇ ਵਿੱਚ ਵੀ ਤੁਹਾਡੀਆਂ ਪੇਂਟਿੰਗਸ ਲੱਗੀਆਂ ਆਰਟ ਗੈਲਰੀ 'ਚ? ਨਿਊਜ਼ਪੇਪਰ 2 ਪੇਜ ਦਾ ਸਪਲੀਮੈਂਟ ਇੱਕ ਆਰਟਿਸਟ ਨੂੰ ਦਿੰਦਾ ਨਹੀਂ ਹੈ ਤਾਂ ਉਹਨੇ ਦਿੱਤਾ। ਮੇਰੇ ਘਰ 2 ਦਿਨ ਸ਼ੂਟਿੰਗ ਹੁੰਦੀ ਰਹੀ ਹੈ। ਉਹ ਫੋਟੋਗ੍ਰਾਫਰ ਨੇ ਮੇਰੇ ਡਿਫਰੈਂਟ ਤਸਵੀਰਾਂ ਦੀ ਲਈ ਹੈ, ਮੇਰੀ ਆਪਣੀ ਦਿੱਤੀ ਕਿੱਥੇ ਤੁਸੀਂ ਕੰਮ ਕਰਦੇ ਹੋ, ਕੀ ਕਰਦੇ ਹੋ, ਨਹੀਂ ਕਰਦੇ। ਅਤੇ ਫਿਰ ਉਹਨਾਂ ਨੇ ਉਹ ਸਾਰੀ ਜਿਹੜੀ ਫੋਟੋਗ੍ਰਾਫ ਲਈਆਂ ਉਹ ਆਪਣੀ ਸੈਂਟਰਲ ਲਾਇਬ੍ਰੇਰੀ 'ਚ ਉਹਦੀ ਨੁਮਾਇਸ਼ ਵੀ ਕੀਤੀ ਉਹਨਾਂ ਨੇ ਆ ਕੇ। ਅੰਮ੍ਰਿਤਸਰ ਵੀ ਤੁਸੀਂ ਕਹਿ ਰਹੇ ਹੋ ਵੀ ਅੰਮ੍ਰਿਤਸਰ ਦੇ ਵਿੱਚ ਵੀ ਲੱਗੀਆਂ ਕਿਤੇ ਫੋਟੋਜ਼ ਦੀ ਕਿਸੇ ਆਰਟ ਗੈਲਰੀ 'ਚ? ਅੰਮ੍ਰਿਤਸਰ 'ਚ ਜਿਹੜੀਆਂ ਮੈਂ ਪੇਂਟਿੰਗ ਬਣਾਈ ਹੈ, ਇੱਕ ਵਾਰੀ ਮੈਂ ਕਾਫੀ ਸਾਲ ਪਹਿਲਾਂ ਅੰਮ੍ਰਿਤਸਰ ਗਿਆ ਅਤੇ ਮੈਂ ਜਦੋਂ ਗੋਲਡਨ ਟੈਂਪਲ ਨੂੰ ਦੇਖਿਆ ਤਾਂ ਉਹ ਮੇਰੀ ਸੈਕਿੰਡ ਵਿਜ਼ਿਟ ਸੀ ਲਾਈਫ 'ਚ। ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਕਿਹਾ ਇੰਨੀ ਖੂਬਸੂਰਤ ਇਹ ਕਿੱਦਾਂ ਦੀ ਹੈ। ਮੈਂ ਖੜਾ ਦੇਖਦਾ ਹੀ ਰਹਿ ਗਿਆ ਬਹੁਤ ਦੇਰ ਤੱਕ। ਫਿਰ ਘਰ ਆ ਕੇ ਮੈਂ ਆਖਿਆ ਕਿ ਮੈਨੂੰ ਵੀ ਕੁਛ ਗੋਲਡਨ ਟੈਂਪਲ 'ਤੇ ਤਸਵੀਰਾਂ ਬਣਾਉਣੀਆਂ ਚਾਹੀਦੀਆਂ ਕਿਉਂ ਮੈਨੂੰ ਪਤਾ ਹੈ ਕਿ ਇਹ ਆਰਕੀਟੈਕਚਰ ਦੇ ਹਿਸਾਬ ਨਾਲ ਵੰਡਰ ਹੈ। ਬਿਲਕੁਲ ਇੰਨੀ ਮੀਨਾਕਾਰੀ, ਇੰਨੀ ਡਿਟੇਲ ਵਰਕ ਹੈ ਅਤੇ ਮੈਂ ਇੰਨਾ ਡਿਟੇਲ ਵਰਕ ਕਦੀ ਕੀਤਾ ਨਹੀਂ ਸੀ ਬਿਲਕੁਲ। ਫਿਰ ਮੈਂ ਕਿਹਾ ਮੈਂ ਕੋਸ਼ਿਸ਼ ਤਾਂ ਕਰਾਂ ਕੁਛ। ਫਿਰ ਮੈਂ ਟਰਾਈ ਕੀਤੀ ਅਤੇ ਉਹ ਪਰਮਾਤਮਾ ਨੇ ਮੈਨੂੰ ਸ਼ਕਤੀ ਦਿੱਤੀ। ਫਿਰ ਮੈਂ ਡਿਫਰੈਂਟ ਡਰਾਇੰਗਸ ਡਿਫਰੈਂਟ ਐਂਗਲ ਤੋਂ ਬਿਲਡਿੰਗਾਂ ਦੇ ਉੱਤੇ ਚੜ੍ਹ ਕੇ ਆਸ-ਪਾਸ ਫਿਰ ਮੈਂ ਨਵੇਂ ਸਕੈਚ ਕੀਤੇ। ਫਿਰ ਉਹਨਾਂ ਨੂੰ ਰੰਗਾਂ ਨਾਲ ਭਰਿਆ। ਮੈਨੂੰ ਇਹ ਕੰਮ ਕਰਨ 'ਚ 2-3 ਸਾਲ ਲੱਗ ਗਏ। 3 ਸਾਲ ਕੰਮ ਕਰਨ ਲੱਗ ਗਏ।
तो मैं कोई 15-20 पेंटिंग तैयार कीतियां 8 फुट बाई 6 फुट। तो ਉਹਦੀ फिर नमाइश मैं दिल्ली की। वो बसंत विहार गुरुद्वारा है। मैं क्या आम लोग इनू देखना शायद ना चाहन, तो जी पंजाबी ने या सिख संगत हैगी ये तो जरूर देखेगी। तो इन्हों पता होना चाहिए कि हरमंदिर साहब की जी ब्यूटी है वह कोई जवाब नहीं है बिल्कुल। तो आम तौर पर जो बाजार च कैलेंडर मिलते हैं इको जे मिलते हैं, बिल्कुल सिमिलर तरह होंगे, उन्होंने कोई इन्नी अट्रैक्शन होंगी नहीं। तो मैं कोशिश की कि ये मैं अपने तन मन के नाल इनू बनावां। तो कित्थे तक मैं कामयाब हो गया ये तुसी देखोगे कि सारिया पेंटिंग इस वे लंडन हैगियां। एक व्यक्ति ने सारिया ही पेंटिंग खरीदियाँ, कहना नहीं ये पेंटिंग मैं लंडन लैके जाना। तो अजकल वो लंडन च है सारी पेंटिंग, प्रिंट मेरे को है सारी। तुसी पेंटिंग्स भी बनाते रहे हो, पेंटिंग तो अलावा भी कोई काम किया? पेंटिंग तो अलावा मैं टीचिंग लाइन सी। मैं आई वाज ए लेक्चर इन पेंटिंग इन डिफरेंट पब्लिक स्कूल च भी मैं काम किया, गवर्नमेंट एजुकेशन च भी काम किया एज ए लेक्चरर इन आर्ट। फिर मैं अर्ली रिटायरमेंट ले ली सी मैं। बच्चे किन्ने हैं जी? मेरे बच्चे 2 है। एक बच्चा तो MBA उन्हें की सी पंजाब यूनिवर्सिटी तो चंडीगढ़ तो, फिर उन्होंने स्कॉलरशिप मिल गया सी हायर स्टडी का। तो वो फिर कैनेडा साइमन फ्रेजर यूनिवर्सिटी उन्हें 4 साल पढ़ाई की थी। फिर उस गवर्नमेंट ने उन्होंने उत्थे ही रख लिया। फिर बाद वो अमेरिका सैटल हो गया जाके। तो मेरी लड़की है, शी वॉज मैरिड टू ए डिप्लोमैट असिस्टेंट फिर मिनिस्ट्री IAFS ऑफिसर सी। तो वो डिफरेंट कंट्री किते फर्स्ट सैकटरी किते असिस्टेंट हाई कमिश्नर ते एज ए एंबेसडर और रिटायर हो के 2-3 साल पहले ही दिल्ली आ गया। आनंदपुर साहब ਦੇ ਵਿੱਚ ਤੁਸੀਂ ਤੇ ਤੁਹਾਡੇ ਸ਼੍ਰੀਮਤੀ ਜੀ ਦੋਨੋਂ ਹੀ ਰਹਿੰਦੇ ਆ? आनंदपुर साहब तो इदा होया सी जदों सिखां दा कतल आम होया दिल्ली 84 ਦੇ ਵਿੱਚ। ਤੇ ਉਦੋਂ ਮੇਰਾ ਦਿਲ ਜਿਹੜਾ बड़ा उदास जिहा हो गया। मैं क्या ये की कहाना बढ़ गया सी, बड़े प्यार नाल रह रहे सी। ये चलो ये पॉलिटिशियन की अपनी गेम होंदी है, की करते की नहीं करते। फिर मैं मत्था टेकन आया आनंदपुर साहब। ये 86 की 85 की गल है, 86 की। तो वो मेरी वाइफ ने मैनू आख्या जगह बड़ी रमणीक है, तुसीं इत्थे एक प्लाट ले लो। और मैं क्या देखो सारी उम्र असीं दिल्ली रहे हैं, तो मेरे को DDA का MIG फ्लैट हैगा, तो उन्होंने छड़ के कितने जाना। कभी मेरा दिल करता मेरे करके तुसीं इत्थे फ्लैट जमीन का टुकड़ा ले लो। वो फिर मैं ले लिया इत्थे। वो फिर ऐसा ऐसा मन ऐसा बनया, फिर मकान भी बना लिया। तो फिर हुण उस जमाने च फिर कभी दिल्ली कभी आनंदपुर साहब, कभी दिल्ली कभी आनंदपुर साहब, हुण कभी दिल्ली आनंदपुर साहब कभी अमेरिका। हुण मैं 6 महीने कम से कम अमेरिका रहना, 6 महीने इंडिया च, ये चीज़ दिल्ली और आनंदपुर साहब च। हुण मैं आनंदपुर साहब छड्डना नहीं चाहता। मैं क्या मेरी उम्र भी ऐसी हो गई है तो मैनू इतना लगाव भी बड़ा हो गया है। तो मैं इत्थे ही अपना आर्ट डिस्पले करने की कोशिश करता है। और मेरा मंतव सिर्फ ये है कि लोग आर्ट तो बहुत दूर है, ये मैकेनिकल लाइफ है। इत्थे लोग जो अपनी जिंदगी दियाँ बहुत अयाशी वालियाँ चीज़ां, कार ले लो, मोटर ले लो, मकान अच्छा बना लो, उधर ही ध्यान है, आर्ट वाल बहुत घट ध्यान है। तो मैं क्या इत्थे बैठ के मैं खास कर बच्चों नाल मैनू बहुत प्यार है। तो आई वांटेड टू अवेक द चिल्ड्रन कि उन्होंने पता लगे आर्ट च की इशूज होंदा है।
ਜੇ ਮੈਂ ਅੱਜ ਤੁਹਾਡੇ ਕੋਲੋਂ ਕਹਾਂ ਵੀ ਸਾਡੇ STTV ਪ੍ਰਾਈਮ ਰਾਹੀਂ ਤੁਸੀਂ ਉਹਨਾਂ ਲੋਕਾਂ ਨੂੰ ਕੁਝ ਸੰਦੇਸ਼ ਦਿਓ ਜਿਹੜੇ ਜੁੜੇ ਹੋਏ ਨੇ ਅੱਜ ਪੇਂਟਿੰਗਸ ਦੇ ਨਾਲ ਤੇ ਬਹੁਤ ਅਗਾਂਹ ਜਾਣਾ ਚਾਹੁੰਦੇ ਨੇ, ਉਹਨਾਂ ਲਈ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ? ਮੈਂ ਤੇ ਸਿਰਫ ਇਹ ਹੈ ਕਿ ਹਰ ਇੱਕ ਆਦਮੀ ਨੂੰ ਇੱਕ ਕਿਸਮ ਦਾ ਆਰਟਿਸਟ ਹੀ ਹੋਣਾ ਚਾਹੀਦਾ ਹੈ, ਕਿਉਂਕਿ ਅਗਰ ਉਹਦੇ ਵਿੱਚ ਕੋਈ ਨਾ ਕੋਈ ਕਲਾ ਹੋਵੇਗੀ ਉਹ ਲੜਾਈ ਝਗੜੇ ਤੋਂ ਦੂਰ ਰਹੇਗਾ ਬਿਲਕੁਲ। ਅਗਰ ਹਰ ਇੱਕ ਆਦਮੀ ਨੂੰ ਭਾਵੇਂ ਕੋਈ ਸੰਗੀਤ ਹੋਵੇ, ਭਾਵੇਂ ਕੋਈ ਕਵਿਤਾ ਹੋਵੇ, ਭਾਵੇਂ ਕੋਈ ਪੇਂਟਿੰਗ ਹੋਵੇ, ਕਿਸੇ ਕਿਸਮ ਦਾ ਵੀ ਆਰਟ ਉਹਦੇ ਦਿਮਾਗ 'ਚ ਹੋਏਗਾ, ਉਹ ਲੜਾਈ ਝਗੜੇ ਤੋਂ ਦੂਰ ਰਹੇਗਾ ਬਿਲਕੁਲ, ਬੰਦ ਹੋ ਜਾਣਾ। ਬਹੁਤ ਸੋਹਣਾ ਸੰਦੇਸ਼ ਰਾਮ ਸਿੰਘ ਬਾਵਾ ਜੀ ਨੇ ਦਿੱਤਾ। ਕਲਾਕਾਰ ਤਾਂ ਹਰੇਕ ਬੰਦਾ ਹੁੰਦਾ ਹੈ, ਲੇਕਿਨ ਸਵਾਲ ਇਹ ਹੈ ਵੀ ਉਸ ਆਪਣੀ ਕਲਾਕਾਰੀ ਨੂੰ ਕਿੰਨੇ ਲੋਕ ਉਜਾਗਰ ਕਰ ਸਕਦੇ ਨੇ। ਜਿਹੜੇ ਲੋਕ ਉਜਾਗਰ ਕਰ ਸਕਦੇ ਨੇ, ਨਾ ਕੇਵਲ ਉਹ ਇਸ ਤੋਂ ਰੋਟੀ ਰੋਜ਼ੀ ਕਮਾ ਸਕਦੇ ਨੇ, ਬਲਕਿ ਆਮ ਜ਼ਿੰਦਗੀ ਦੇ ਵਿੱਚ ਜਿਹੜੇ ਇਹਨਾਂ ਨੇ ਕਿਹਾ ਹੈ ਲੜਾਈ ਝਗੜੇ ਤੇ ਇੱਕ ਦੂਸਰੇ ਨੂੰ ਨਿੰਦਾ ਚੁਗਲੀ ਦੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਤੋਂ ਵੀ ਉਹ ਬੰਦੇ ਦੂਰ ਰਹਿ ਸਕਦੇ ਨੇ ਤੇ ਫਿਰ ਉਹਨਾਂ ਨੂੰ ਸਰਕਾਰਾਂ ਨੂੰ ਵੀ ਕੋਸਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, 87 ਸਾਲ ਦੀ ਉਮਰ ਦੇ ਵਿੱਚ 85 ਸਾਲਾ ਆਪਣੀ ਸਾਥਣ ਦੇ ਨਾਲ ਆਨੰਦਪੁਰ ਸਾਹਿਬ ਵਿੱਚ ਜੀਵਨ ਬਤੀਤ ਕਰ ਰਹੇ ਰਾਮ ਸਿੰਘ ਬਾਵਾ ਇੱਕ ਦੂਸਰੇ ਲੋਕਾਂ ਦੇ ਲਈ, ਉਸ ਪੀੜ੍ਹੀ ਦੇ ਲਈ ਆਪਣੇ ਆਪ ਦੇ ਵਿੱਚ ਇੱਕ ਸੰਦੇਸ਼ ਨੇ, ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ ਕਿ ਕਿਹੋ ਜਿਹੀ ਜ਼ਿੰਦਗੀ ਬਸ਼ਰ ਕਰਕੇ ਆਪਣਾ ਨਾਂ ਉੱਚਾ ਕਰਨਾ ਚਾਹੀਦਾ।